ਜੀ ਆਇਆਂ ਨੂੰ ਅੱਜ ਦੇ ਇਸ ਖਾਸ ਵਿਸ਼ਲੇਸ਼ਣ ਵਿੱਚ ਸਿੱਧਾ ਮੁੱਦੇ ਤੇ ਆਉਂਦੇ ਹਾਂ। ਅੱਜ ਆਪਾਂ ਇਤਿਹਾਸ ਦੇ ਉਹਨਾਂ ਸਰੋਤਾਂ ਨੂੰ ਖੋਖਾਂਗੇ ਜੋ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਸੰਭਾਲਣ ਅਤੇ ਉਸ ਤੋਂ ਬਾਅਦ ਹੋਏ ਇੱਕ ਅਜਿਹੇ ਭੂਗੋਲਿਕ ਬਦਲਾਅ ਬਾਰੇ ਦੱਸਦੇ ਹਨ ਜਿਸ ਨੇ ਲਿਟਰਲੀ ਪੂਰੇ ਇਤਿਹਾਸ ਦੀ ਦਿਸ਼ਾ ਹੀ ਬਦਲ ਕੇ ਰੱਖ ਦਿੱਤੀ। ਦੇਖੋ, ਇਤਿਹਾਸ ਵਿੱਚ ਨਾ ਅਕਸਰ ਕੁਝ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਇੱਕ ਡੋਮਿਨੋ ਇਫੈਕਟ ਵਾਂਗ ਕੰਮ ਕਰਦੀਆਂ ਹਨ। ਮਤਲਬ ਇੱਕ ਚੀਜ਼ ਬਦਲੀ ਤਾਂ ਅੱਗੇ ਸਭ ਕੁਝ ਬਦਲਦਾ ਚਲਾ ਗਿਆ। ਅੱਜ ਆਪਾਂ ਉਸੇ ਪਹਿਲੇ ਡੋਮਿਨੋ ਦੇ ਡਿੱਗਣ ਦੀ ਕਹਾਣੀ ਨੂੰ ਬਾਰੀਕੀ ਨਾਲ ਸਮਝਾਂਗੇ। ਹੁਣ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਜ਼ਮੀਨ ਦੀ ਇੱਕ ਛੋਟੀ ਜਿਹੀ ਖਰੀਦਦਾਰੀ ਪੂਰੇ ਇਤਿਹਾਸ ਨੂੰ ਕਿਵੇਂ ਬਦਲ ਸਕਦੀ ਹੈ। ਇਹ ਸੁਣਨ ਵਿੱਚ ਥੋੜਾ ਅਜੀਬ ਲੱਗ ਸਕਦਾ ਹੈ, ਪਰ ਇਹ ਦੇਖਣਾ ਵਾਕਈ ਬਹੁਤ ਹੈਰਾਨੀਜਨਕ ਹੈ ਕਿ ਕਿਵੇਂ ਇੱਕ ਬਿਲਕੁਲ ਸਧਾਰਨ ਜਿਹਾ ਲੱਗਣ ਵਾਲਾ ਰੀਅਲ ਏਸਟੇਟ ਦਾ ਫੈਸਲਾ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਚੁੱਕਿਆ ਗਿਆ ਇੱਕ ਅਜਿਹਾ ਕਦਮ ਬਣ ਗਿਆ ਜਿਸ ਨੇ ਪੂਰੇ ਮਹਾਦੀਪ ਦੀਆਂ ਨੀਹਾਂ ਹਿਲਾ ਦਿੱਤੀਆਂ। ਸਰੋਤ ਸਾਨੂੰ ਇਹੀ ਦੱਸਦੇ ਹਨ ਕਿ ਵੱਡੀਆਂ ਇਤਿਹਾਸਿਕ ਤਬਦੀਲੀਆਂ ਦੀ ਸ਼ੁਰੂਆਤ ਅਕਸਰ ਬਹੁਤ ਹੀ ਛੋਟੇ ਅਤੇ ਅਣਕਿਆਸੇ ਫੈਸਲਿਆਂ ਤੋਂ ਹੀ ਹੁੰਦੀ ਹੈ। ਸਰੋਤਾਂ ਦੀ ਗੱਲ ਕਰੀਏ ਤਾਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਸਾਲ 1664 ਵਿੱਚ ਦਿੱਲੀ ਤੋਂ, ਜਦੋਂ ਉੱਤਰਾਧਿਕਾਰੀ ਦਾ ਇੱਕ ਵੱਡਾ ਸੰਕਟ ਪੈਦਾ ਹੋਇਆ। ਅਸਲ ਵਿੱਚ ਹੋਇਆ ਕੀ ਸੀ ਕਿ 1664 ਵਿੱਚ ਜਦੋਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤ ਸਮਾਏ ਤਾਂ ਉਹਨਾਂ ਦੇ ਆਖਰੀ ਸ਼ਬਦ ਸਨ ਸਿਰਫ ਬਾਬਾ ਬਕਾਲਾ। ਇਹ ਸ਼ਬਦ ਸਿੱਧੇ ਤੌਰ ਤੇ ਇੱਕ ਪਿੰਡ ਵੱਲ ਇਸ਼ਾਰਾ ਕਰ ਰਹੇ ਸਨ ਕਿ ਅਗਲੇ ਗੁਰੂ ਉੱਥੇ ਹੋਣਗੇ, ਪਰ ਕਿਉਂਕਿ ਕਿਸੇ ਖਾਸ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਸੀ ਤਾਂ ਇਸ ਨਾਲ ਕਾਫੀ ਜ਼ਿਆਦਾ ਉਲਝਣ ਪੈਦਾ ਹੋ ਗਈ। ਸਰੋਤਾਂ ਅਨੁਸਾਰ ਇਸੇ ਗੱਲ ਦਾ ਫਾਇਦਾ ਉਠਾਉਂਦਿਆਂ ਕਈ ਮਹੀਨਿਆਂ ਤੱਕ ਬਹੁਤ ਸਾਰੇ ਪਖੰਡੀਆਂ ਨੇ ਖੁਦ ਨੂੰ ਅਗਲਾ ਗੁਰੂ ਐਲਾਨਣਾ ਸ਼ੁਰੂ ਕਰ ਦਿੱਤਾ। ਸੋਚ ਕੇ ਦੇਖੋ, ਉਸ ਸਮੇਂ ਭਾਈਚਾਰੇ ਲਈ ਇਹ ਕਿੰਨੀ ਵੱਡੀ ਦੁਵਿਧਾ ਦਾ ਸਮਾਂ ਰਿਹਾ ਹੋਵੇਗਾ। ਪਰ ਫਿਰ ਇਹ ਵੱਡਾ ਰਹੱਸ ਸੁਲਝਿਆ ਕਿਵੇਂ? ਖੈਰ, ਇੱਥੇ ਜ਼ਿਕਰ ਆਂਦਾ ਹੈ ਮੱਖਣ ਸ਼ਾਹ ਲੁਬਾਣਾ ਜੀ ਦਾ। ਇਹ ਇੱਕ ਵਪਾਰੀ ਸਨ ਅਤੇ ਸਰੋਤਾਂ ਵਿੱਚ ਬਕਾਇਦਾ ਦਰਜ ਹੈ ਕਿ ਇਹਨਾਂ ਦਾ ਜਹਾਜ਼ ਇੱਕ ਭਿਆਨਕ ਤੂਫਾਨ ਵਿੱਚ ਫਸ ਗਿਆ ਸੀ। ਗੁਰੂ ਜੀ ਅੱਗੇ ਸੱਚੇ ਦਿਲੋਂ ਅਰਦਾਸ ਕਰਨ ਤੋਂ ਬਾਅਦ ਜਦੋਂ ਉਹ ਬਚੇ ਤਾਂ ਆਪਣੀ ਸੁਖਨਾ ਪੂਰੀ ਕਰਨ ਲਈ ਬਕਾਲਾ ਪਿੰਡ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਪੋਰੇ ਵਿੱਚ ਬਿਲਕੁਲ ਸ਼ਾਂਤੀ ਨਾਲ ਭਗਤੀ ਕਰਦਿਆਂ ਲੱਭਿਆ ਔਰ ਫਿਰ ਛੱਤ ਤੇ ਚੜ੍ਹ ਕੇ ਉਹ ਮਸ਼ਹੂਰ ਐਲਾਨ ਕੀਤਾ, ਗੁਰੂ ਲਾਦੋਰੇ, ਯਾਨੀ ਕਿ ਗੁਰੂ ਮਿਲ ਗਿਆ ਹੈ। ਬਸ ਇਸ ਇੱਕ ਇਤਿਹਾਸਿਕ ਐਲਾਨ ਨੇ 9ਵੇਂ ਗੁਰੂ ਜੀ ਦੀ ਪ੍ਰਮਾਣਿਕਤਾ ਨੂੰ ਸਥਾਪਿਤ ਕਰ ਦਿੱਤਾ ਔਰ ਸਾਰੀ ਦੀ ਸਾਰੀ ਉਲਝਣ ਉੱਥੇ ਹੀ ਖਤਮ ਹੋ ਗਈ। ਹੁਣ ਜਦੋਂ ਉੱਤਰਾਧਿਕਾਰੀ ਦਾ ਮਸਲਾ ਹੱਲ ਹੋ ਗਿਆ ਤਾਂ ਸਾਡਾ ਇਹ ਵਿਸ਼ਲੇਸ਼ਣ ਇੱਕ ਬਹੁਤ ਹੀ ਅਹਿਮ ਭੂਗੋਲਿਕ ਤਬਦੀਲੀ ਵੱਲ ਵਧਦਾ ਹੈ ਜਿਸ ਨੇ ਅੱਗੇ ਹੋਣ ਵਾਲੀ ਹਰ ਘਟਨਾ ਦਾ ਮੁੱਢ ਬੰਨਿਆ। ਬਾਬਾ ਬਕਾਲਾ ਵਿਖੇ ਰਸਮੀ ਤੌਰ ਤੇ ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਮਾਲਵਾ ਅਤੇ ਬੰਗਰ ਦੇ ਇਲਾਕਿਆਂ ਵਿੱਚੋਂ ਹੁੰਦੇ ਹੋਏ ਇੱਕ ਲੰਬੀ ਯਾਤਰਾ ਕੀਤੀ। ਇਹ ਸਫ਼ਰ ਤੈਅ ਕਰਦੇ ਹੋਏ ਆਖਰਕਾਰ 7 ਮਈ 1665 ਨੂੰ ਉਹ ਕੀਰਤਪੁਰ ਸਾਹਿਬ ਪਹੁੰਚੇ। ਸਰੋਤ ਸਾਨੂੰ ਦੱਸਦੇ ਹਨ ਕਿ ਆਗਮਨ ਸਿਰਫ ਕੋਈ ਆਮ ਫੇਰੀ ਨਹੀਂ ਸੀ, ਸਗੋਂ ਇਸ ਨੂੰ ਗੁਰੂਆਂ ਦੇ ਸਥਾਪਿਤ ਕੀਤੇ ਹੋਏ ਕੇਂਦਰ ਵਿੱਚ ਇੱਕ ਤਰ੍ਹਾਂ ਦੀ ਘਰ ਵਾਪਸੀ ਵਜੋਂ ਦੇਖਿਆ ਜਾ ਰਿਹਾ ਸੀ। ਪਰ ਇੱਥੇ ਇੱਕ ਬਹੁਤ ਹੀ ਧਿਆਨ ਦੇਣ ਵਾਲੀ ਗੱਲ ਹੈ। ਕੀਰਤਪੁਰ ਦੀ ਜਿਹੜੀ ਇਤਿਹਾਸਿਕ ਵਿਰਾਸਤ ਸੀ ਅਤੇ ਜੋ ਉੱਥੋਂ ਦੇ ਅਸਲ ਹਾਲਾਤ ਸਨ, ਉਹਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਸੀ। ਇੱਕ ਪਾਸੇ ਆਪਾਂ ਜਾਣਦੇ ਹਾਂ ਕਿ ਕੀਰਤਪੁਰ ਸਾਹਿਬ ਇੱਕ ਬਹੁਤ ਹੀ ਡੂੰਘਾ ਅਧਿਆਤਮਿਕ ਕੇਂਦਰ ਸੀ ਜਿਸ ਦੀ ਸਥਾਪਨਾ 6ਵੇਂ ਪਾਤਸ਼ਾਹ ਨੇ ਕੀਤੀ ਸੀ ਅਤੇ ਇਹ 7ਵੇਂ ਅਤੇ 8ਵੇਂ ਗੁਰੂ ਜੀ ਦਾ ਨਿਵਾਸ ਸਥਾਨ ਵੀ ਰਿਹਾ ਸੀ। ਪਰ ਦੂਜੇ ਪਾਸੇ ਜਦੋਂ 9ਵੇਂ ਗੁਰੂ ਜੀ ਉੱਥੇ ਪਹੁੰਚੇ ਤਾਂ ਅਸਲੀਅਤ ਬਿਲਕੁਲ ਵੱਖਰੀ ਸੀ। ਸ਼ਾਂਤੀ ਦੀ ਬਜਾਏ ਉਹਨਾਂ ਨੂੰ ਆਪਣੇ ਹੀ ਕੁਝ ਰਿਸ਼ਤੇਦਾਰਾਂ ਵੱਲੋਂ ਪੈਦਾ ਕੀਤੀ ਗਈ ਪਰਿਵਾਰਿਕ ਦੁਸ਼ਮਣੀ ਅਤੇ ਜਾਇਦਾਦ ਦੇ ਝਗੜਿਆਂ ਦਾ ਸਾਹਮਣਾ ਕਰਨਾ ਪਿਆ। ਸੋ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਸੀ ਕਿ ਇੱਥੇ ਲੰਮੇ ਸਮੇਂ ਤੱਕ ਟਿਕਣਾ ਸ਼ਾਇਦ ਠੀਕ ਨਹੀਂ ਰਹੇਗਾ। ਇਨ੍ਹਾਂ ਹੀ ਪਰਿਵਾਰਕ ਤਣਾਅ ਅਤੇ ਵੱਧ ਰਹੇ ਭਾਈਚਾਰੇ ਲਈ ਇੱਕ ਨਵੇਂ ਕੇਂਦਰ ਦੀ ਲੋੜ ਨੇ ਗੁਰੂ ਜੀ ਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਰੁਖ ਕਰਨ ਲਈ ਪ੍ਰੇਰਿਤ ਕੀਤਾ, ਜਿੱਥੋਂ ਆਨੰਦਪੁਰ ਸਾਹਿਬ ਦੀ ਸਥਾਪਨਾ ਦੀ ਸ਼ੁਰੂਆਤ ਹੁੰਦੀ ਹੈ। ਅਤੇ ਇੱਥੇ ਸਭ ਤੋਂ ਅਹਿਮ ਨੁਕਤਾ ਹੁੰਦਾ ਹੈ, ਇਹ 500 ਰੁਪਏ ਦਾ ਇੱਕ ਛੋਟਾ ਜਿਹਾ ਅੰਕੜਾ। ਸਰੋਤਾਂ ਅਨੁਸਾਰ ਇਹ ਬਿਲਕੁਲ ਉਹੀ ਰਕਮ ਹੈ ਜੋ ਗੁਰੂ ਜੀ ਦੁਆਰਾ ਬਿਲਾਸਪੁਰ ਦੀ ਰਾਣੀ ਚੰਪਾ ਨੂੰ ਅਦਾ ਕੀਤੀ ਗਈ ਸੀ। ਮਕਸਦ ਕੀ ਸੀ? ਮਾਖੋਵਾਲ ਪਿੰਡ ਵਿੱਚ ਜ਼ਮੀਨ ਦਾ ਇੱਕ ਟੁਕੜਾ ਖਰੀਦਣਾ ਜੋ ਕਿ ਕੀਰਤਪੁਰ ਤੋਂ ਸਿਰਫ 9 ਕਿਲੋਮੀਟਰ ਦੀ ਦੂਰੀ ਤੇ ਸੀ। ਹੁਣ ਇਹ 500 ਰੁਪਏ ਦਾ ਲੈਣ ਦੇਣ ਅੱਜ ਸੁਣਨ ਵਿੱਚ ਬਹੁਤ ਮਾਮੂਲੀ ਜਿਹਾ ਲੱਗਦਾ ਹੈ ਨਾ, ਪਰ ਅਸਲ ਵਿੱਚ ਇਸੇ ਲੈਣ ਦੇਣ ਨੇ ਭਾਰਤ ਦੇ ਇਤਿਹਾਸ ਦੀ ਇੱਕ ਬਿਲਕੁਲ ਨਵੀਂ ਇਬਾਰਤ ਲਿਖਣੀ ਸ਼ੁਰੂ ਕਰ ਦਿੱਤੀ ਸੀ। ਬਸ ਫਿਰ ਕੀ ਸੀ? ਇਸੀ ਜ਼ਮੀਨ ਤੇ ਚੱਕ ਨਾਨਕੀ ਨਾਮਕ ਨਵੇਂ ਸ਼ਹਿਰ ਦੀ ਨੀਂਹ ਰੱਖੀ ਗਈ। ਗੁਰੂ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਸਤਿਕਾਰ ਵਿੱਚ ਇਸ ਜਗ੍ਹਾ ਦਾ ਇਹ ਨਾਮ ਰੱਖਿਆ ਅਤੇ ਦੇਖਦਿਆਂ ਹੀ ਦੇਖਦਿਆਂ
ਇਸ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਇੰਨੀ ਤੇਜ਼ੀ ਨਾਲ ਵਿਕਸਿਤ ਕੀਤਾ ਗਿਆ ਕਿ ਇਹ ਸਿਰਫ ਰਹਿਣ ਲਈ ਇੱਕ ਪਿੰਡ ਨਹੀਂ ਰਿਹਾ। ਇਹ ਕਲਾ, ਫੌਜੀ ਸਿਖਲਾਈ ਅਤੇ ਉੱਚ ਅਧਿਆਤਮਿਕ ਵਿਚਾਰ ਵਟਾਂਦਰੇ ਦਾ ਇੱਕ ਬਹੁਤ ਵੱਡਾ ਹੱਬ ਬਣ ਗਿਆ। ਹਾਂ, ਬਿਲਕੁਲ ਸਹੀ ਪਛਾਣਿਆ। ਇਸੇ ਥਾਂ ਨੂੰ ਅੱਜ ਪੂਰੀ ਦੁਨੀਆ ਅਨੰਦਪੁਰ ਸਾਹਿਬ ਦੇ ਮਹਾਨ ਨਾਮ ਨਾਲ ਜਾਣਦੀ ਹੈ। ਆਓ ਹੁਣ ਥੋੜਾ ਵੱਡੇ ਪੱਧਰ ਤੇ ਦੇਖਦੇ ਹਾਂ ਕਿ ਕਿਵੇਂ 7 ਮਈ ਵਾਲੀ ਉਹ ਤਬਦੀਲੀ ਇੱਕ ਬਹੁਤ ਹੀ ਵਿਸ਼ਾਲ ਇਤਿਹਾਸਿਕ ਵਿਰਾਸਤ ਵਿੱਚ ਬਦਲ ਗਈ। ਜੇਕਰ ਆਪਾਂ ਇਸ ਟਾਈਮਲਾਈਨ ਤੇ ਨਜ਼ਰ ਮਾਰੀਏ ਤਾਂ ਇਹ ਪੂਰਾ ਡੋਮਿਨੋ ਇਫੈਕਟ ਸਾਫ਼ ਦਿਖਾਈ ਦਿੰਦਾ ਹੈ। 1665 ਵਿੱਚ ਚੱਕ ਨਾਨਕੀ ਦੀ ਸਥਾਪਨਾ ਹੋਈ। ਫਿਰ ਇੱਕ ਸਮਾਂ ਆਇਆ ਜਦੋਂ ਇਸੇ ਅਸਥਾਨ ਤੋਂ ਗੁਰੂ ਜੀ ਕਸ਼ਮੀਰੀ ਬ੍ਰਾਹਮਣਾਂ ਦੀ ਧਾਰਮਿਕ ਆਜ਼ਾਦੀ ਅਤੇ ਵਿਸ਼ਵਾਸ ਦੀ ਰੱਖਿਆ ਲਈ ਦਿੱਲੀ ਵੱਲ ਰਵਾਨਾ ਹੋਏ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਆਪਣੀ ਮਹਾਨ ਸ਼ਹਾਦਤ ਦਿੱਤੀ। ਅਤੇ ਫਿਰ ਆਉਂਦਾ ਹੈ ਸਾਲ 1699, ਜਦੋਂ ਇੱਕ ਹੋਰ ਵੱਡੀ ਇਤਿਹਾਸਿਕ ਘਟਨਾ ਵਾਪਰੀ। ਉਨ੍ਹਾਂ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਧਰਤੀ ਤੇ ਸੰਗਤਾਂ ਦੇ ਸਾਹਮਣੇ ਖਾਲਸਾ ਪੰਥ ਦੀ ਸਾਜਨਾ ਕੀਤੀ। ਸੋਚੋ, ਇਹ ਸਾਰੀਆਂ ਵੱਡੀਆਂ ਘਟਨਾਵਾਂ ਉਸੇ ਇੱਕ ਥਾਂ ਨਾਲ, ਉਸੇ ਇੱਕ ਫੈਸਲੇ ਨਾਲ ਜੁੜੀਆਂ ਹੋਈਆਂ ਹਨ। ਸਾਡੇ ਸਰੋਤ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਹਨ ਕਿ 7 ਮਈ 1665 ਨੂੰ ਕੀਰਤਪੁਰ ਸਾਹਿਬ ਵਿਖੇ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਸੀ। ਇਹ ਇੱਕ ਬਹੁਤ ਹੀ ਡੂੰਘਾ ਮੋੜ ਸੀ। ਇਸ ਨੇ ਗੁਰੂ ਜੀ ਦੇ ਭੋਰੇ ਵਿੱਚ ਇਕਾਂਤ ਭਗਤੀ ਵਾਲੇ ਪੜਾਅ ਨੂੰ ਖਤਮ ਕਰ ਦਿੱਤਾ ਸੀ ਅਤੇ ਇੱਥੋਂ ਹੀ ਹਿੰਦ ਦੀ ਚਾਦਰ ਯਾਨੀ ਭਾਰਤ ਦੀ ਢਾਲ ਵਜੋਂ ਉਨ੍ਹਾਂ ਦੇ ਜਨਤਕ ਮਿਸ਼ਨ ਦੀ ਅਸਲ ਸ਼ੁਰੂਆਤ ਹੋਈ। ਇਹ ਇੱਕ ਬਹੁਤ ਹੀ ਸਪਸ਼ਟ ਸੰਕੇਤ ਸੀ ਕਿ ਹੁਣ ਅਗਵਾਈ ਕਰਨ ਦਾ ਸਮਾਂ ਆ ਗਿਆ ਸੀ, ਜੋ ਕਿ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਬਿਲਕੁਲ ਜ਼ਰੂਰੀ ਸੀ। ਸੋ, ਇਹ ਪੂਰਾ ਘਟਨਾਕ੍ਰਮ ਸਾਨੂੰ ਭੂਗੋਲਿਕ ਤਬਦੀਲੀਆਂ ਦੇ ਡੂੰਘੇ ਅਤੇ ਲੰਮੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇਹ ਬਿਲਕੁਲ ਸਾਫ਼ ਹੈ ਕਿ ਸਥਾਨ ਬਦਲਣ ਦਾ ਇੱਕ ਛੋਟਾ ਜਿਹਾ ਫੈਸਲਾ ਵੀ ਪੂਰੇ ਇਤਿਹਾਸ ਨੂੰ ਕਿਵੇਂ ਮੋੜ ਆਕਾਰ ਦੇ ਸਕਦਾ ਹੈ। ਜਾਂਦੇ-ਜਾਂਦੇ ਮੈਂ ਤੁਹਾਨੂੰ ਇਸ ਸਵਾਲ ਨਾਲ ਛੱਡ ਕੇ ਜਾਣਾ ਚਾਹੁੰਦਾ, ਜੇਕਰ ਕਿਸੇ ਰਾਸ਼ਟਰ ਦੀ ਕਿਸਮਤ ਜਾਂ ਧਾਰਮਿਕ ਆਜ਼ਾਦੀ ਦਾ ਭਵਿੱਖ 500 ਰੁਪਏ ਦੀ ਇੱਕ ਸਧਾਰਨ ਲੈਣ-ਦੇਣ ਤੇ ਟਿਕਿਆ ਹੋ ਸਕਦਾ ਹੈ, ਤਾਂ ਅਜਿਹੀਆਂ ਹੋਰ ਕਿੰਨੀਆਂ ਵੱਡੀਆਂ ਇਤਿਹਾਸਿਕ ਵਿਰਾਸਤਾਂ ਹੋਣਗੀਆਂ ਜੋ ਸਥਾਨ ਬਦਲਣ ਦੀ ਇੱਕ ਸਧਾਰਨ ਹੀ ਚੋਣ ਨਾਲ ਸ਼ੁਰੂ ਹੋਈਆਂ। ਅਤੇ ਹਾਂ, ਇਹ ਸੋਚਣਾ ਵੀ ਬਹੁਤ ਦਿਲਚਸਪ ਹੈ ਕਿ ਰਾਣੀ ਚੰਪਾ ਨੇ ਦੁਨੀਆ ਦੇ ਇਤਿਹਾਸ ਨੂੰ ਬਦਲਣ ਵਾਲੀ ਉਸ ਜ਼ਮੀਨ ਨੂੰ ਗੁਰੂ ਜੀ ਨੂੰ ਇੰਨੀ ਆਸਾਨੀ ਨਾਲ ਵੇਚਣ ਦਾ ਫੈਸਲਾ ਕਿਉਂ ਕੀਤਾ ਹੋਵੇਗਾ। ਇਹ ਵਾਕਈ ਇਤਿਹਾਸ ਦੇ ਉਹ ਪੰਨੇ ਹਨ ਜੋ ਹੋਰ ਵੀ ਡੂੰਘਾਈ ਨਾਲ ਖੋਜਣ ਦੀ ਮੰਗ ਕਰਦੇ ਹਨ।